ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦੇ ਨਾਲ ਕਿਸਾਨ ਅੰਦੋਲਨ ਨੂੰ ਕਿੱਦਾਂ ਦਾ ਫਰਕ ਪੈਣਾ ਹੈ, ਕਿਉਂਕਿ ਮੇਰੇ ਨਾਲ ਇਸ ਵੇਲੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਮੌਜੂਦ ਨੇ। ਜਗਮੋਹਨ ਸਿੰਘ ਜੀ, ਸਵਾਗਤ ਹੈ ਤੁਹਾਡਾ ਲੋਕਰਾਣ ਚੈਨਲ ਪੰਜਾਬੀ। ਧੰਨਵਾਦ ਜੀ, ਤੁਸੀਂ ਸਾਨੂੰ ਗੱਲ ਕਰਨ ਦਾ ਮੌਕਾ ਦਿੱਤਾ ਲੋਕਾਂ ਨੇ। ਜਗਮੋਹਨ ਸਿੰਘ ਜੀ, ਕਿੱਦਾਂ ਦੇਖਦੇ ਹੋ? ਸਭ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਚੋਣ ਨਤੀਜੇ ਆ ਗਏ। ਕਿਸਾਨਾਂ ਦੇ ਵਿੱਚ ਮੈਂ ਦੇਖ ਰਿਹਾ ਸੀ ਵੀਡੀਓਜ਼ ਉੱਥੋਂ ਜਿਹੜੀਆਂ ਮੋਰਚੇ ਤੋਂ ਆ ਰਹੀਆਂ ਨੇ, ਕਾਫੀ ਖੁਸ਼ੀ ਦੀ ਲਹਿਰ ਹੈ। ਕਿਸ ਤਰ੍ਹਾਂ ਦੇਖਦੇ ਹੋ ਕਿ ਕਿਵੇਂ ਅੰਦੋਲਨ ਦੇ ਉੱਤੇ ਅਸਰ ਪੈਣਾ? ਦੇਖੋ ਜੀ, ਬੀਜੇਪੀ ਜਿਹੜੀ ਸੀ, ਇੱਕ ਬੀਜੇਪੀ ਨੇ ਇੱਕ ਨਾਅਰਾ ਜਿਹੜਾ ਦਿੱਤਾ ਹਿੰਦੂਤਵ ਵਾਲਾ, ਇੱਕ ਦੇਸ਼ ਇੱਕ ਭਾਸ਼ਾ ਇੱਕ ਕਾਨੂੰਨ, ਸੂਬਿਆਂ ਨੂੰ ਕੋਈ ਅਧਿਕਾਰ ਨਹੀਂ ਗਏ। ਜਿਹੜੇ ਖੇਤੀ ਕਾਨੂੰਨ ਸਨ ਵੀ ਸੂਬਿਆਂ ਦੇ ਅਧਿਕਾਰ ਖੇਤਰ 'ਚ ਖੋ ਕੇ ਸਿੱਧੇ ਉਹਨਾਂ 'ਚ ਬਦਲ ਕਰਨਾ, ਇਹ ਟਾਰਗੇਟ ਬਣ ਰਹੀ ਸੀ ਬੀਜੇਪੀ। ਔਰ ਟਾਰਗੇਟ ਇਸ ਪੱਖ ਤੋਂ ਬਣ ਰਹੀ ਸੀ ਵੀ ਇਹ ਕਿਸੇ ਵੀ ਕਿਸਮ ਦੀ ਇੱਕ ਆਪਦੀ ਨੀਤੀ ਹੈ ਜਿਹੜੀ ਲਾਗੂ ਕਰਨਾ ਚਾਹੁੰਦੀ ਆ, ਜਿਹਦੇ ਵਿੱਚ ਹਿੰਦੂਤਵ ਫਾਸ਼ੀਵਾਦ ਜਿਹੜਾ ਹਿੰਦੂ ਧਰਮ ਵਾਲੀ ਗੱਲ ਸੀ ਉਹ ਬਹੁਤ ਇੰਪੋਰਟੈਂਟ ਸੀ, ਅਤੇ ਉਹ ਕੋਈ ਸੈਕੂਲਰ ਗੱਲ ਨਹੀਂ ਸੀ। ਤੀਜੀ ਮਤਲਬ ਇਹ ਸਾਰੇ ਕੁਛ ਦੇ ਵਿੱਚ ਜਦੋਂ ਅਸੀਂ ਮਤਲਬ ਰਾਜਨੀਤਿਕ ਆਰਥਿਕ ਖੇਤਰ 'ਚ ਦੇਖਦੇ ਹਾਂ ਤਾਂ ਕਾਰਪੋਰੇਟ ਘਰਾਣਿਆਂ ਨੂੰ ਬਹੁਤ ਮਤਲਬ ਪਲੋਸ ਕੇ ਪਰੌਂਠੇ ਖਵਾ ਰਹੇ ਸਨ, ਜਿਹਦੇ ਨਾਲ ਸਾਰੀ ਇੰਡਸਟਰੀ ਸਾਰੀ ਖੇਤੀ ਖੇਤਰ ਜੁੜਿਆ ਹੋਇਆ ਸੀ। ਉਸ ਖੇਤੀ ਖੇਤਰ ਦੀ ਲੁੱਟ ਨੂੰ ਬਚਾਉਣ ਦੀ ਖਾਤਰ ਹੀ ਅਸੀਂ ਸੰਘਰਸ਼ ਪਿਛਲੇ 8-9 ਮਹੀਨਿਆਂ ਤੋਂ ਉਹ ਵੀ ਸਾਡਾ ਚੱਲ ਰਿਹਾ। ਇਸ ਲਈ ਬੀਜੇਪੀ ਸਾਡਾ ਇੱਕ ਨੰਬਰ 'ਤੇ ਟਾਰਗੇਟ ਸੀ। ਇਸੇ ਲਈ ਸਾਡੀਆਂ ਮਤਲਬ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਜਾਂ 400 ਕਿਸਾਨ ਜਥੇਬੰਦੀਆਂ ਨੈਸ਼ਨਲ ਲੈਵਲ ਦੀਆਂ, ਜਦੋਂ ਅਸੀਂ ਇਹ ਸਰਬਸੰਮਤੀ ਨਾਲ ਪਾਸ ਕੀਤਾ ਵੀ ਅਸੀਂ ਕੁਝ ਸੂਬਿਆਂ 'ਚ ਜਾ ਕੇ ਇੱਕ ਨਾਅਰਾ ਲਾਈਏ ਕਿ ਬੀਜੇਪੀ ਨੂੰ ਹਰਾਓ। ਉਹ ਕੋਈ ਇਲੈਕਸ਼ਨ 'ਚ ਲੜਦੀਆਂ ਨੇ, ਕਈ ਇਲੈਕਸ਼ਨ ਨਹੀਂ ਲੜਦੀਆਂ, ਕਈ ਕਿਸੇ ਪਾਰਟੀ ਸਪੋਰਟ ਕਰਦੀਆਂ ਨੇ, ਕਈ ਚੋਣਾਂ ਬਾਈਕਾਟ ਵੀ ਕਰਦੀਆਂ ਨੇ, ਪਰ ਫਿਰ ਵੀ ਇੱਕ ਗੱਲ 'ਤੇ ਸਹਿਮਤੀ ਹੋ ਗਈ ਕਿ ਘੱਟੋ ਘੱਟ ਇਸ ਵੇਲੇ ਜਿਸ ਕਿਸਮ ਦਾ ਤਿੱਖਾ ਬੀਜੇਪੀ ਦਾ ਹਮਲਾ ਹੈ ਔਰ ਕਈ ਪੱਖਾਂ ਤੋਂ ਲੋਕ ਵਿਰੋਧੀ ਆ ਔਰ ਕਿਸਾਨ ਵਿਰੋਧੀ ਹੈ ਹੀ ਹੈ ਆ, ਤਾਂ ਇਹਦੇ ਲਈ ਆਪਾਂ ਨੂੰ ਇਹ ਵੀ ਅੱਡ-ਅੱਡ ਥਾਵਾਂ 'ਤੇ ਜਾ ਕੇ ਇਸ ਗੱਲ ਦਾ ਪ੍ਰਾਪੇਗੰਡਾ ਕਰਨਾ ਚਾਹੀਦਾ ਵੀ ਜਿਹੜਾ ਕਿਸਾਨ ਅੰਦੋਲਨ ਹੈ, ਜਿਹੜਾ ਲੋਕ ਅੰਦੋਲਨ ਬਣ ਗਿਆ, ਦੇਸ਼ ਪੱਧਰੀ ਆ, ਸੰਸਾਰ ਪੱਧਰੀ ਆ, ਇਹਦੀ ਇੱਕ ਸਾਨੂੰ ਅਪੀਲ ਅਸੀਂ ਕਰਦੇ ਹਾਂ ਵੀ ਜਿਹਨੂੰ ਮਰਜ਼ੀ ਵੋਟ ਪਾਓ ਪਰ ਘੱਟੋ ਘੱਟ ਬੀਜੇਪੀ ਨੂੰ ਹਰਾਓ। ਅਤੇ ਉਹਦੇ ਲਈ ਅਸੀਂ ਕੀਤੀ ਹਿੰਮਤ। ਸੰਯੁਕਤ ਮੋਰਚੇ ਨੇ ਸਾਡੀਆਂ ਟੀਮਾਂ ਗਈਆਂ, 4 ਵਾਰੀ ਟੀਮਾਂ ਗਈਆਂ ਵੈਸਟ ਬੰਗਾਲ ਦੇ ਵਿੱਚ, ਔਰ 2 ਟੀਮਾਂ ਲਗਾਤਾਰ ਉੱਥੇ ਰਹੀਆਂ ਨੇ ਇੱਕ ਇੰਨਾ 10 ਦਿਨ। ਤੁਸੀਂ ਜਗਮੋਹਨ ਸਿੰਘ ਜੀ ਇਹ ਗੱਲ ਮੰਨਦੇ ਹੋ ਕਿ ਕਿਸਾਨਾਂ ਦਾ ਉੱਥੇ ਅਸਰ ਹੋਇਆ ਹੈ ਕਿ ਦੀਦੀ ਦਾ ਕੋਈ ਜਾਦੂ ਚੱਲਿਆ ਉੱਥੇ? ਦੇਖੋ ਜੀ, ਇਹ ਜਿਹੜੀ ਗੱਲ ਮਤਲਬ ਉੱਥੋਂ ਜਿੱਤਣ ਵਾਲੇ ਮਾਮਲੇ ਦੇ ਵਿੱਚ ਇੱਕ ਸਕਿੱਤਕ ਰੂਪ ਦੇ ਵਿੱਚ ਕਿਸਾਨਾਂ ਵਾਲਾ ਜਿਹੜਾ ਸੀ ਅੰਦੋਲਨ ਜਿਹੜਾ ਸੀ ਉਹ ਕਿਸਾਨ ਅੰਦੋਲਨ ਨਹੀਂ, ਉਹ ਇੱਕ ਇਤਿਹਾਸਕ ਦੇਸ਼ ਪੱਧਰ ਦਾ ਇੱਕ ਇਹੋ ਜਿਹਾ ਅੰਦੋਲਨ ਬਣ ਗਿਆ ਸੀ ਜਿਹਨੇ ਮਤਲਬ ਰਾਣੀ ਅੱਗਾ ਕੱਜ ਵੀ ਜਿਸ ਵੀ ਕਿਸਮ ਦਾ ਚੈਲੰਜ 6.5 ਸਾਲ ਤੋਂ ਮੋਦੀ ਦੇ ਰਿਹਾ ਸੀ, ਕਿਸੇ ਵੀ ਪ੍ਰਕਾਰ ਦਾ, ਚਾਹੇ ਉਹ ਮਤਲਬ ਮੁਸਲਮਾਨਾਂ ਨੂੰ ਉਹਨੇ ਗੁੱਠੇ ਲਾਉਣ ਦੀ ਗੱਲ ਕੀਤੀ ਸੀ, ਚਾਹੇ ਉਹਨੇ ਮਤਲਬ ਹੋਰ ਕੋਈ ਕਿਰਤ ਕਾਨੂੰਨ ਜਿਹੜੇ ਇੰਡਸਟਰੀ ਵਰਕਰ ਉਹਨਾਂ 'ਚ ਅਮੈਂਡਮੈਂਟ ਕੀਤੀ ਸੀ, ਚਾਹੇ ਉਹ ਨਿੱਜੀਕਰਨ ਪ੍ਰਾਈਵੇਟਾਈਜੇਸ਼ਨ ਕੀਤੀ ਸੀ, ਚਾਹੇ ਉਹਨੇ ਨੋਟਬੰਦੀ ਕੀਤੀ ਸੀ, ਕਿਸੇ ਨੇ ਇੱਕ ਸਮੂਹਕ ਰੂਪ 'ਚ ਇੱਕ ਵੱਡਾ ਗਰੁੱਪ ਬਣਾ ਕੇ ਚੈਲੰਜ ਇਹਨੂੰ ਨਹੀਂ ਸੀ ਦਿੱਤਾ, ਉਸ ਕਿਸਾਨਾਂ ਨੇ ਦਿੱਤਾ। ਤਾਂ ਅਸੀਂ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਾਂ ਔਰ ਧੰਨਵਾਦ ਉਹ ਤੋਂ ਜ਼ਿਆਦਾ ਕਰਦੇ ਹਾਂ ਵੀ ਸਾਨੂੰ ਬਹੁਤ ਆਮ ਲੋਕਾਂ ਨੇ ਇਹਦੇ 'ਚ ਸਾਡੀ ਮਦਦ ਕੀਤੀ, ਅਤੇ ਇਹ ਆਮ ਲੋਕਾਂ ਦਾ ਸੰਘਰਸ਼ ਬਣ ਗਿਆ। ਕਿਸੇ ਨਾ ਕਿਸੇ ਢੰਗ ਨਾਲ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਦੇ ਕਰਨ ਦੇ ਬਾਵਜੂਦ ਮਤਲਬ ਇਸ ਗੱਲ ਤੱਕ ਪਹੁੰਚ ਗਏ ਕਿ ਇਹਨੂੰ ਸ਼ਾਂਤਮਈ ਰੱਖਿਆ ਜਾਵੇ, ਜਮਹੂਰੀ ਰੱਖਿਆ ਜਾਵੇ, ਔਰ ਜੋ ਮਤਲਬ ਆਮ ਸਹਿਮਤੀ ਨਾਲ ਫੈਸਲੇ ਹੋਣ ਉਹ ਲਾਗੂ ਕੀਤੇ ਜਾਣ, ਜਿਹਦੇ 'ਚ ਅਸੀਂ ਮਤਲਬ ਸਾਰੇ ਕੁਛ ਕਾਮਯਾਬ ਹੋਏ ਸੀ। ਤਾਂ ਇਹਦਾ ਜਿਹੜਾ ਮਤਲਬ ਇੱਕ ਪ੍ਰਭਾਵ ਸੀ, ਜਦੋਂ ਇਹਨੂੰ ਸੰਸਾਰ ਵਿਆਪੀ ਮੰਨਦੇ ਹਾਂ ਤਾਂ ਬੰਗਾਲ 'ਚ ਵੀ ਸੀ, ਬੰਗਾਲ 'ਚ ਕੁਝ ਜਥੇ ਆ ਕੇ ਸਾਡੇ ਇੱਥੇ ਵਿਚਰ ਕੇ ਵੀ ਗਏ ਸਨ, ਔਰ ਅਸੀਂ ਉਹਨਾਂ ਨੂੰ ਕੋਈ ਮਤਲਬ ਇਸ ਕਿਸਮ ਦਾ ਨਹੀਂ, ਉੱਥੋਂ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ, ਮਜ਼ਦੂਰ ਜਥੇਬੰਦੀਆਂ ਨੇ, ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਸਨ। ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਵੀ ਆ ਕੇ ਬੀਜੇਪੀ ਦੇ ਹਰਾਉਣ ਦਾ। ਅਸੀਂ ਉਹਨਾਂ ਨਾਲ ਬੈਠ ਕੇ ਗੱਲ ਕੀਤੀ, ਸਾਡੇ ਸੀਨੀਅਰ ਲੀਡਰ ਵੀ ਨਾਲ ਸਨ, ਮੈਂ ਵੀ ਉਹਨਾਂ ਦੇ ਸ਼ਾਮਲ ਸੀ। ਅਸੀਂ ਕਿਹਾ ਵੀ ਅਸੀਂ ਕਿਸੇ ਵੀ ਪਾਰਟੀ ਨੂੰ, ਕਿਉਂਕਿ ਸਾਡੇ CPI CPM ਵਾਲੇ ਉੱਥੇ ਇਲੈਕਸ਼ਨ ਲੜ ਰਹੇ ਸਨ, ਸਾਡੇ ਜਦੋਂ ਜਾਣਗੇ ਲੋਕ, ਇਹ ਲੋਕ ਸਗੋਂ ਸਟੇਜਾਂ ਦੇ ਨੇੜੇ ਨਹੀਂ ਹੋਣਗੇ, ਸਟੇਜ ਚਾਲਣ ਦੇ ਵਿੱਚ ਜਾਂ ਸਪੀਕਰਾਂ ਦੇ ਵਿੱਚ ਸਾਡੇ ਉਹ ਸੰਯੁਕਤ ਮੋਰਚੇ ਦੇ ਲੀਡਰ ਉਹਦੇ ਸੰਬੋਧਨ ਕਰਨਗੇ, ਜਿਹੜੇ ਇੱਕੋ ਹੀ ਨਾਅਰਾ ਦੇਣਗੇ, ਬੀਜੇਪੀ ਨੂੰ ਹਰਾਓ, ਹੋਰ ਜਿਹਨੂੰ ਮਰਜ਼ੀ ਵੋਟ ਪਾਓ। CPI CPM ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦੀ ਹਾਰ ਹੋਈ ਹੈ। ਇੱਕ ਜਿਹੜਾ ਚਰਚਾ ਪਿਛਲੇ ਕਾਫੀ ਸਮੇਂ ਤੋਂ, ਜਦੋਂ ਤੋਂ ਅੰਦੋਲਨ ਚੱਲਿਆ ਜਾਂ ਉਸ ਤੋਂ ਪਹਿਲਾਂ ਵੀ, ਕਾਮਰੇਡਾਂ ਦਾ ਰੌਲਾ ਪੈਂਦਾ ਸੀ। ਹੁਣ ਜਦੋਂ CPI CPM ਦੀ ਉੱਥੇ ਹਾਰ ਹੋਈ ਹੈ ਤਾਂ ਉਹਦੇ ਵਿੱਚ ਇਹ ਵੀ ਚਰਚਾ ਹੋ ਰਹੀ ਹੈ ਕਿ ਹੁਣ ਦੱਸੋ, ਕਿਸਾਨ ਲੀਡਰ ਜਵਾਬ ਦੇਣ ਕਿ ਉੱਥੇ ਕਾਮਰੇਡਾਂ ਦੀ ਹਾਰ ਹੋਈ ਹੈ। ਤੁਹਾਡਾ ਇਹਦੇ ਬਾਰੇ ਕੀ ਮੰਨਣਾ? ਦੇਖੋ ਜੀ, ਮੈਨੂੰ ਜੋ ਇਸ ਗੱਲ ਦੇ ਉੱਤੇ ਮਤਲਬ ਵੀ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਜਿੰਨਾ ਕੁ ਮੈਂ ਵਿਸ਼ਲੇਸ਼ਣ ਕਰ ਸਕਿਆ, ਉਹਦੇ 'ਚ ਮੈਂ ਇਸ ਗੱਲ 'ਤੇ ਪਹੁੰਚਿਆ ਵੀ ਉੱਥੇ ਜਿਹੜੀ ਸੈਕੂਲਰ ਫੋਰਸ ਸੀ, ਜਿਹੜੀ ਮਤਲਬ ਘੱਟੋ ਘੱਟ ਇਹਦੇ ਮਤਲਬ ਹਿੰਦੂਤਵ ਫਾਸਿਸਟ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਜਿਹੜਾ ਬੀਜੇਪੀ ਦਾ ਆਪ ਹੁਦਰਾਪਣ ਅਤੇ ਬਹੁਤ ਹੀ ਸਾਰਾ ਕੁਛ ਡਿਕਟੇਟਰਸ਼ਿਪ ਵਾਲਾ ਸੀ, ਔਰ ਜਿੰਨਾ ਜ਼ਿਆਦਾ ਨੇ ਕੰਸਨਟਰੇਟ ਕਰਤਾ ਸੀ ਵੀ ਇਸ ਵਾਰੀ 200 ਤੋਂ ਪਾਰ,
ਔਰ 27 ਵਾਰੀ ਮਤਲਬ ਉੱਥੇ ਹੋਮ ਮਿਨਿਸਟਰ ਅਮਿਤ ਸ਼ਾਹ ਜਿਹੜਾ ਕਰਤਾ ਧਰਤਾ ਬੀਜੇਪੀ ਦਾ, 27 ਰੈਲੀਆਂ ਉਹ ਕਰਦਾ, 24 ਰੈਲੀਆਂ ਮੋਦੀ ਕਰਦਾ। ਉਹਦੇ ਤੋਂ ਮਤਲਬ ਸਾਰਾ ਕੁਝ ਤੋਂ ਇਹ ਲੱਗਦਾ ਵੀ ਜਿਹੜੀ ਸਾਰੀ ਥਲੇ ਲੋਕ ਬਹੁਤ ਸਿਆਣੇ ਹੁੰਦੇ ਨੇ, ਲੋਕਾਂ ਨੇ ਮਤਲਬ ਇੱਕ ਏਕਤਾ ਕਰ ਲਈ ਵੀ ਜਿਹੜੀ ਮਤਲਬ ਬੀਜੇਪੀ ਦੇ ਆਪਾਂ ਵਿਰੋਧ ਦੇ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਪਾਸੇ ਝੁਕੀਏ, ਔਰ ਉਹ ਝੁਕੇ। ਸਾਡੀ ਵੀ ਅਪੀਲ ਸੀ ਵੀ ਵਿਨਿੰਗ, ਸਾਡੇ ਕਈ ਬੁਲਾਰੇ ਬੋਲ ਗਏ ਵੀ ਜਿਹੜਾ ਜਿੱਤ ਰਿਹਾ ਉਹਨੂੰ ਪਾ ਦਿਓ, ਪਰ ਉਹ ਬੀਜੇਪੀ ਦਾ ਨਹੀਂ ਹੋਣਾ ਚਾਹੀਦਾ। ਮਤਲਬ ਜੇ ਅਸੀਂ ਮਤਲਬ CPI CPM ਦੀਆਂ ਜਨਤਕ ਜਥੇਬੰਦੀਆਂ ਨਾਲ ਇੱਥੇ 32 ਕਿਸਾਨ ਜਥੇਬੰਦੀਆਂ 'ਚ ਜਾਂ ਮੋਰਚੇ ਜਾਂ ਅਲਾਇੰਸ 'ਚ ਤਾਂ ਅਸੀਂ ਕਿਸੇ ਦਾ ਥਾਂ ਜਾ ਕੇ ਇਹ ਵੀ ਕਿਹਾ ਨਾ ਵੀ ਜਿਹੜਾ ਜਿੱਤ ਰਿਹਾ ਉਹਨੂੰ ਪਾ ਦਿਓ ਤਾਂ ਜੋ ਹਾਰੇ ਨਾ। ਇਹਦਾ ਮਤਲਬ ਇਹ ਸੀ ਵੀ ਜੇ ਕਿਤੇ ਕਾਂਗਰਸ ਔਰ CPI CPM ਦਾ ਅਲਾਇੰਸ ਪਿੱਛੇ ਰਹਿ ਰਿਹਾ, 3 ਕੈਂਡੀਡੇਟ ਨੇ, ਤਾਂ ਉੱਥੇ ਮਤਲਬ ਇਹਨਾਂ ਦਾ BJP ਵਾਲਾ ਜਿਹੜਾ ਹੈ ਉਹ 2 ਨੰਬਰ 'ਤੇ ਆ, ਅਤੇ 1 ਨੰਬਰ 'ਤੇ ਸਾਡਾ ਜਿਹੜਾ ਸੱਦਾ ਸੀ ਉਹਦੇ ਨਾਲ 1 ਨੰਬਰ 'ਤੇ ਉਹ ਗਿਆ ਹੋ ਸਕਦਾ। ਇਸ ਗੱਲ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ, ਪਰ ਇਹ ਬਹੁਤ ਥੋੜ੍ਹਾ ਅਸਰ ਆ, ਪਰ ਇਹ ਸਿੰਬੋਲਿਕਲੀ ਸਕੇਤਕ ਰੂਪ 'ਚ ਇਹਦਾ ਬਹੁਤ ਵੱਡਾ ਹੈਗਾ, ਕਿਉਂਕਿ ਇਹਦੇ ਤੋਂ ਮੈਨੂੰ ਘੱਟੋ ਘੱਟ 40 ਜਾਂ 50 ਕਿਸਾਨਾਂ ਨੇ ਨਿੱਜੀ ਤੌਰ 'ਤੇ ਪੁੱਛਿਆ ਹੋਣਾ ਪਿਛਲੇ 15 ਦਿਨਾਂ ਦੇ ਵਿੱਚ ਵੀ ਪ੍ਰਧਾਨ ਜੀ ਤਾਂ ਘੱਟੋ ਘੱਟ ਇਹ ਦੱਸੋ ਵੀ ਹੁਣ ਆਪਣੀ ਗੱਲਬਾਤ ਤਾਂ ਲੱਗਦਾ ਜਦੋਂ ਆਪਾਂ BJP ਨੂੰ ਬੰਗਾਲ 'ਚੋਂ ਹਰਾਤਾ ਤੇ ਮੋਦੀ ਜੋ ਹਾਰ ਗਿਆ ਉਦੋਂ ਬਹੁਤ ਹੀ ਮੋਦੀ ਗੱਲ ਕਰੂਗਾ, ਉਹ ਤੋਂ ਪਹਿਲਾਂ ਨਹੀਂ ਕਰਦਾ। ਮਤਲਬ ਇਹ ਮੰਨ ਕੇ ਚੱਲਦੇ ਸਨ ਵੀ ਜਿੰਨਾ ਸਾਡੀ ਇੱਛਾ ਹੈ ਜਾਂ ਸਾਡੇ ਬੰਦਿਆਂ ਨੇ ਜ਼ੋਰ ਲਾਇਆ ਵੀ ਹੁਣ ਜਾਂ ਇਹ BJP ਹੁਣ ਮਤਲਬ ਬੰਗਾਲ 'ਚੋਂ ਹਾਰੂਗੀ, ਫੇਰ ਹੀ ਗੱਲਬਾਤ ਚੱਲੂਗੀ। ਮੈਂ ਉਹਦੇ 'ਤੇ ਵੀ ਆਉਣਾ, ਤੁਸੀਂ ਗੱਲਬਾਤ ਲਈ ਤਾਂ ਹਰ ਵੇਲੇ ਤਿਆਰ ਹੋ, BJP ਜਦੋਂ ਗੱਲਬਾਤ ਕਰੇਗੀ ਉਹਦੇ 'ਤੇ ਵੀ ਮੈਂ ਸਾਰੇ 'ਤੇ ਆਉਣਾ। ਮੈਨੂੰ ਪਹਿਲਾਂ ਇਸ ਗੱਲ ਨੂੰ ਸਮਝਾਓ, ਕਿਉਂਕਿ ਜਿੰਨਾ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਕਾਮਰੇਡਾਂ ਨੂੰ ਲੈ ਕੇ ਪੈਂਦਾ, ਹੁਣ ਇਹ ਦੱਸੋ ਕਿ ਤੁਹਾਡਾ ਕੀ ਮੰਨਣਾ ਹੈ ਕਿ ਉੱਥੇ CPI CPM ਕਾਮਰੇਡਾਂ ਦੀ ਹਾਰ ਕਿਉਂ ਹੋਈ ਹੈ? ਦੇਖੋ CPI CPM ਦੀ ਇੱਕ ਅਸਲ ਤੋਂ ਪਾਰਟੀਆਂ ਆਪ ਅਨਾਲਿਸਿਸ ਕਰਨਗੀਆਂ, ਪਰ ਮੈਂ ਤਾਂ ਤੁਹਾਨੂੰ ਇੱਕੋ ਹੀ ਗੱਲ ਕਹੀ ਹੈ ਵੀ ਇਹਦੇ ਵਿੱਚ ਜਿਹੜੀ ਸਾਡੇ ਵੱਲੋਂ ਜਿਹੜੀ ਕਾਲ ਸੀ ਜਾਂ ਜਿਹੜਾ ਸਾਡੇ ਵੱਲੋਂ ਸੱਦਾ ਸੀ ਜਾਂ ਜਿਹੜੇ ਸਾਡੇ ਬੁਲਾਰੇ ਬੋਲੇ ਨੇ, ਜਿਹੜੀ ਅਸੀਂ ਇੱਕ ਇਹ ਅਪੀਲ ਕੀਤੀ ਸੀ ਵੀ ਉਹ ਵੋਟ ਇਕੱਠੀ ਹੋ ਜਾਣੀ ਚਾਹੀਦੀ ਆ ਜਿਹੜੀ ਮਤਲਬ BJP ਨੂੰ ਹਰਾਏ। ਇਹਦਾ ਮਤਲਬ ਦੀਦੀ ਦੀ ਪਾਰਟੀ ਜਿਹੜੀ ਆ ਤ੍ਰਿਣਮੂਲ ਕਾਂਗਰਸ ਜਿਹੜੀ ਆ ਉਹਨੂੰ ਫਾਇਦਾ ਹੋਇਆ, ਕਿਉਂਕਿ ਬਹੁਤੀਆਂ ਸੀਟਾਂ 'ਤੇ ਉਹ 2 ਨੰਬਰ 'ਤੇ ਕੈਂਡੀਡੇਟ ਸੀ, ਜਿਹੜਾ 1 ਨੰਬਰ 'ਤੇ ਬਣਿਆ CPI CPM ਜਾਂ ਕਾਂਗਰਸ ਦੀ ਵੋਟ ਲੈ ਕੇ। ਇਸ ਲਈ CPI CPM ਦੀ ਕਾਂਗਰਸ ਦੀ ਵੋਟ ਜਿਹੜੀ ਆਮ ਆਦਮੀ ਉਹਨੂੰ ਪ੍ਰਭਾਵ ਪਿਆ ਵੀ ਇੱਥੇ ਵੋਟ ਪਾਉਣਾ ਮਤਲਬ ਇੱਕ ਹਾਰੇ ਹੋਏ ਕੈਂਡੀਡੇਟ ਨੂੰ ਜਾਂ 3 ਜਾਂ 4 ਨੰਬਰ 'ਤੇ ਵੋਟ ਹੈ, ਕਿਉਂਕਿ ਇੱਕ ਵੱਡੀ ਪੱਧਰ ਦੇ ਉੱਤੇ ਦੇਸ਼ ਪੱਧਰ 'ਤੇ ਈਵਨ ਸੰਸਾਰ ਵਿਆਪੀ ਪੱਧਰ 'ਤੇ ਇੱਕ ਮੋਦੀ ਦਾ ਅਕਸ ਜਿਹੜਾ ਬਣ ਚੁੱਕਾ ਸੀ, ਉਹ ਮਤਲਬ ਉਸ ਬਣਾਉਣ ਦੇ ਵਿੱਚ ਸਾਡੇ ਕਿਸਾਨੀ ਅੰਦੋਲਨ ਦਾ, ਲੋਕ ਅੰਦੋਲਨ ਦਾ ਬਹੁਤ ਇੰਪੋਰਟੈਂਟ ਰੋਲ ਆ ਵੀ ਬਹੁਤ ਲੋਕ ਵਿਰੋਧੀ ਆ, ਬਹੁਤ ਵੱਡੇ ਘਰਾਣੇ ਜਿਹੜੇ ਇੰਟਰਨੈਸ਼ਨਲ ਦੀਆਂ ਕੰਪਨੀਆਂ ਨੇ ਉਹਨਾਂ ਦੇ ਹੱਕ 'ਚ ਖੜਾ ਕਰਨ ਵਾਲਾ, ਔਰ ਸਭ ਤੋਂ ਵੱਡੀ ਗੱਲ ਹੈ ਵੀ ਗੈਰ ਮਨੁੱਖੀ ਵਰਤਾਰੇ ਵਰਤਾਉਂਦਾ, ਕਤਲੋ ਗਾਰਤ ਕਰਾਉਂਦਾ, ਮਿਨੋਰਟੀਜ਼ ਜਿਹੜੀਆਂ ਘੱਟ ਗਿਣਤੀਆਂ ਨੇ ਮੁਸਲਮਾਨਾਂ ਨੂੰ ਗੁੱਠੇ ਲੈ ਲਾਉਂਦਾ। ਇਸ ਕਰਕੇ ਜਿਹੜਾ ਇਹ ਸਾਡਾ ਜਿਹੜਾ ਸਲੋਗਨ ਸੀ, ਇਹ ਸਲੋਗਨ ਨੇ ਉੱਥੇ ਟੁੰਬਿਆ ਔਰ ਉਹਨਾਂ ਨੇ ਜਿਹੜਾ ਵਿਨੇ ਕੈਂਡੀਡੇਟਸ ਨੂੰ ਵੋਟ ਪਾਈ ਆ। ਇਹ ਵੈਸਟ ਬੰਗਾਲ ਦੀ ਗੱਲ ਹੈ। ਬਾਕੀ CPI CPM ਦਾ ਦੇਖੋ ਜਿਹੜਾ ਮਤਲਬ ਕੇਰਲਾ ਦੇ ਵਿੱਚ ਆ, ਉਹ ਆਪਦੀ ਸਰਕਾਰ ਵੀ ਉਭਰਾ ਕੇ ਜੀ ਬਿਲਕੁਲ ਅਜੇ ਉੱਥੇ ਕਾਂਗਰਸ ਦੇ ਨਾਲ ਅਲਾਇੰਸ ਨਹੀਂ ਸੀ, ਕਾਂਗਰਸ ਉਹ ਪਿੱਛੇ ਗਈ, ਉੱਥੇ ਕਾਂਗਰਸ ਨਾਲ ਉਹਨਾਂ ਦਾ ਮਤਲਬ ਲੜਾਈ ਸੀ। BJP ਦਾ ਤਾਂ ਖਾਤਾ ਹੀ ਨਹੀਂ ਸੀ ਉੱਥੇ ਹੈਗਾ ਨਾ ਖੁੱਲ੍ਹਾ। ਚਲੋ, ਕੀ ਮਮਤਾ ਬੈਨਰਜੀ ਨੂੰ ਕਿਸਾਨ ਏਕਤਾ ਮੋਰਚਾ ਜਾਂ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਜਾ ਰਿਹਾ, ਉਹ ਆ ਰਹੇ ਨੇ ਉੱਥੇ? ਕਿਉਂਕਿ ਚਰਚਾਵਾਂ ਇਹ ਚੱਲ ਰਹੀਆਂ ਕਿ ਮਮਤਾ ਬੈਨਰਜੀ ਹੁਣ ਦਿੱਲੀ ਬਾਰਡਰਾਂ ਦੇ ਉੱਤੇ ਕਿਸਾਨਾਂ ਦਾ ਸਮਰਥਨ ਕਰਨ ਲਈ ਉੱਥੇ ਪਹੁੰਚਣਗੇ। ਕੋਈ ਦੇਖੋ ਜੀ, ਪਿਛਲੀ ਸਾਡੀ ਅੱਜ ਤੱਕ ਦੀ ਜਿਹੜੀ ਸਮਝਦਾਰੀ ਉਹਦੇ ਅਨੁਸਾਰ ਇਸ ਕਿਸਮ ਦਾ ਕਿਸੇ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਨੂੰ ਬੁਲਾਉਣਾ ਅਤੇ ਉਹਨੂੰ ਸਟੇਜ ਦੇ ਮਤਲਬ ਸਨਮਾਨਿਤ ਕਰਨਾ ਜਾਂ ਸਟੇਜ 'ਤੇ ਉਹਨੂੰ ਉਹਦੀ ਗੱਲ ਕਰਨ ਦਾ ਮੌਕਾ ਦੇਣਾ, ਇਹ ਸਾਡਾ ਅੱਜ ਤੱਕ ਚੱਲਿਆ ਨਹੀਂ। ਜੇ ਕੋਈ ਆਉਂਦਾ ਸਾਡੇ ਪੰਡਾਲ 'ਚ ਬੈਠਦਾ ਹੈ ਤਾਂ ਅਸੀਂ ਉੱਪਰੋਂ ਉਹਦਾ ਧੰਨਵਾਦ ਕਰ ਦਿੰਦੇ ਆਏਗਾ, ਇਹਦੀ ਕੋਈ ਗੱਲ ਤਾਂ ਹੈ ਨਹੀਂ। ਇਹ ਨਾ ਪਾਰਟੀ ਪਾਲਿਸੀ ਨੀਤੀ ਦੇ ਖਿਲਾਫ ਆ। ਬਾਕੀ ਉਹਨਾਂ ਵਾਲਾ ਸਮੇਂ ਸੰਯੁਕਤ ਮੋਰਚਾ ਜਿਵੇਂ ਕੇਜਰੀਵਾਲ ਸਾਹਿਬ ਵੀ ਆਏ ਸੀਗੇ ਉਸ ਤਰ੍ਹਾਂ ਨਹੀਂ, ਕੇਜਰੀਵਾਲ ਸਾਹਿਬ ਸਟੇਜ 'ਤੇ ਨਹੀਂ ਗਏ, ਕੇਜਰੀਵਾਲ ਆਏ ਸਨ। ਕੇਜਰੀਵਾਲ ਕੁਛ ਉੱਥੇ ਸਹੂਲਤਾਂ ਸਨ ਵਾਈਫਾਈ ਦੀਆਂ, ਉਹਨਾਂ ਨੇ ਇਨਾਗੋਰੇਸ਼ਨ ਜੀ ਕਰਕੇ ਅਤੇ ਹੋਰ ਕੁਛ ਕਰਕੇ ਤਾਂ ਉਹ ਬਸ ਸਟੇਜ ਤੋਂ ਧੰਨਵਾਦ ਕਰਤਾ। ਮੁੱਖ ਮੰਤਰੀ ਸਾਨੂੰ ਕੋਆਪਰੇਟ ਕਰ ਰਿਹਾ, ਅਸੀਂ ਧੰਨਵਾਦ ਕਰਦੇ ਹਾਂ ਦਿੱਲੀ ਦਾ। ਜੇ ਮਮਤਾ ਬੈਨਰਜੀ ਆਉਣਗੇ ਤਾਂ ਵੈਲਕਮ ਹੈ, ਪਰ ਸਟੇਜ 'ਤੇ ਨਹੀਂ ਜਾਣ ਦਿਓਗੇ। ਹੁਣ ਇਹ ਦੱਸੋ ਕਿ ਹੁਣ ਲੱਗਦਾ ਹੈ ਕਿ ਸਰਕਾਰ ਤੁਹਾਡੇ ਨਾਲ ਗੱਲਬਾਤ ਕਰੇਗੀ? ਕਿਉਂਕਿ BJP ਵਾਲੇ ਹਾਲੇ ਵੀ ਉਸ ਉੱਤੇ ਸਟੈਂਡ ਕਰਦੇ ਨੇ। ਉਹ ਕਹਿੰਦੇ ਕਿ ਅਸੀਂ 3 ਤੋਂ 90 ਸੀਟਾਂ ਤੱਕ ਜਾਂ ਜਿੰਨੀਆਂ ਵੀ ਸੀਟਾਂ ਤੱਕ, ਮਤਲਬ ਕਿ ਅਸੀਂ ਸੀਟਾਂ ਆਪਣੀਆਂ ਵਧਾ ਲਈਆਂ, ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੰਨੀਆਂ ਸਾਨੂੰ ਸੀਟਾਂ ਦੀ ਉਮੀਦ ਸੀਗੀ, ਸਾਨੂੰ ਭਾਵੇਂ ਵੱਧਦੀ ਸੀਗੀ, ਪਰ ਜਿੰਨੀਆਂ ਵੀ ਆ ਗਈਆਂ ਸੰਤੁਸ਼ਟ ਨੇ। ਉਹ ਕਹਿੰਦੇ ਅਸੀਂ ਕਾਫੀ ਵਧੀਆ ਕਾਰਗੁਜ਼ਾਰੀ ਕੀਤੀ ਹੈ। ਗੱਲਬਾਤ ਕਰਨ ਨੂੰ ਲੈ ਕੇ ਹਾਲੇ ਵੀ ਉੱਥੇ ਅੜੇ ਨੇ ਕਿ ਕਿਸਾਨ ਅੱਗੇ ਆਉਣ, ਉਸ ਉੱਤੇ ਗੱਲਬਾਤ ਕਰਨ। ਸਾਡੇ ਵੱਲੋਂ ਕੋਈ ਇਹੋ ਜਿਹੀ ਗੱਲ ਨਹੀਂ। ਤੁਸੀਂ ਕਹਿੰਦੇ ਹੋ ਕੋਈ ਗੱਲ ਕਰ ਲੈਣਗੇ? ਹੁਣ ਕਿਸਾਨ ਅੱਗੇ ਆਉਣ, ਕਿਸਾਨਾਂ ਨੂੰ ਤਾਂ ਅੱਗੇ ਆਉਣ ਲਈ ਬੈਰੀਕੇਡ ਲਾ ਰੱਖੇ ਨੇ ਏਡੇ ਵੱਡੇ ਅਤੇ ਉੱਥੇ ਸੂਏ ਲਾ ਰੱਖੇ ਨੇ। ਕਿਸਾਨ ਤਾਂ ਉੱਥੇ ਇੰਨੇ ਚਿਰ ਦੇ ਬੈਠੇ ਨੇ, ਕਾਹਦੇ ਵਾਸਤੇ ਬੈਠੇ ਨੇ? ਮਸਲੇ ਦੇ ਹੱਲ ਲਈ ਬੈਠੇ ਨੇ, ਮਸਲਾ ਹੱਲ ਗੱਲਬਾਤ ਰਾਹੀਂ ਹੋਣਾ। ਇਸ ਲਈ ਅਸੀਂ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ। ਉਹਨਾਂ ਨੂੰ ਜਦੋਂ ਉਹਨਾਂ ਨੇ ਸਾਡਾ ਲਾਸਟ ਟਾਈਮ ਗੱਲਬਾਤ
ਤੋੜੀ ਆ 22 ਜਨਵਰੀ ਨੂੰ। ਉਹਨਾਂ ਨੇ ਕਿਹਾ ਚੰਗਾ ਫਿਰ ਤੁਸੀਂ 26 ਜਨਵਰੀ ਆਪਦੀ ਮਨਾਓ, ਅਸੀਂ ਆਪਦੀ ਮਨਾਉਂਦੇ ਹਾਂ। ਉਹਨਾਂ ਨੇ ਜਿਹੜੀ 26 ਜਨਵਰੀ ਮਨਾਈ ਆ ਕੁਝ ਗੈਰ ਮਨੁੱਖੀ ਵਰਤਾਇਆ ਜਾਂ ਕੁਝ ਫੋਰਸਿਸ ਨਾਲ ਜੁੜ ਕੇ, ਉਹ ਤੁਹਾਨੂੰ ਪਤਾ ਹੀ ਆ। ਉਸ ਪਾਰਲੀਮੈਂਟ ਵਾਲਾ ਕੈਂਸਲ ਕਿਉਂ ਕੀਤਾ? ਉਹ ਕਿਉਂ ਨਹੀਂ ਦੁਬਾਰਾ ਉਹਦਾ ਸੱਦਾ ਹੁਣ ਦਿਓਗੇ ਕੋਈ? ਕਿਉਂਕਿ ਹੁਣ ਤਾਂ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਜੇ ਉੱਥੇ ਹਾਰ ਗਈ ਆ, ਕਿਸਾਨਾਂ ਦੇ ਵਿੱਚ ਹੋਰ ਤਾਕਤ ਵੱਧ ਜਾਣੀ, ਦੁੱਗਣੀ ਹੋ ਜਾਣੀ। ਹਾਂ, ਸਾਡੀ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਹੋਏਗੀ, ਉਹਦੇ 'ਚ ਵੱਖਰੇ ਵੱਖਰੇ ਕਿਸਮ ਦੇ ਪਾਰਲੀਮੈਂਟ ਵੱਲ ਮਾਰਚ ਕਰਨਾ ਜਾਂ ਕੀ ਕਰਨਾ। ਅਸੀਂ ਮਤਲਬ ਅੱਗੇ ਨਾਲੋਂ ਇੱਕ ਥਾਂ 'ਤੇ ਬੈਠੇ ਹੋਏ, ਜਿਹੜੇ ਬੈਠੇ ਹੋਇਆਂ ਦਾ ਵੀ ਕਾਫੀ ਦਾ ਪ੍ਰੈਸ਼ਰ ਆ। ਹੁਣ ਸਾਡੀ ਕੁਝ ਵੱਡੀ ਵੀ ਹੋ ਗਈ, ਕਿਸਾਨ ਹੋਰ ਵੀ ਆਉਣ ਵਾਲੇ 10-15 ਦਿਨ 'ਚ ਵੱਧ ਤੋਂ ਵੱਧ ਜਾਣਗੇ। ਲੱਗਦਾ ਵੀ ਅੱਗੇ ਕੋਈ ਹੋਰ ਤਿੱਖਾ ਸੰਘਰਸ਼ ਦਾ ਐਲਾਨ ਕੀਤਾ ਜਾਊਗਾ। ਹਰ ਤਿੱਖੇ ਸੰਘਰਸ਼ ਵਿੱਚ ਕੀ ਜੇਲ੍ਹ ਭਰੋ ਅੰਦੋਲਨ ਵੱਲ ਕਿਉਂ ਨਹੀਂ ਜਾ ਰਹੇ ਕਿਸਾਨ? ਲਗਾਤਾਰ ਇਹ ਚਰਚਾਵਾਂ ਜਿਹੜੀਆਂ ਨੇ, ਕਿਸਾਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਜੇਲ੍ਹ ਭਰੋ ਅੰਦੋਲਨ ਵੱਲ ਤੁਰ ਪਓ, ਜੇ ਪਾਰਲੀਮੈਂਟ ਵੱਲ ਕੂਚ ਕਰਨਾ ਹੈ ਤਾਂ ਆਪਣੇ ਜਥੇ ਬਣਾ ਕੇ 5-5 10-10 ਦੇ ਉਸ ਤਰੀਕੇ ਨਾਲ ਚੱਲ ਪਓ, ਜੇ ਤੁਹਾਨੂੰ ਲੱਗਦਾ ਹੈ ਕਿ ਵੱਡੀ ਗਿਣਤੀ ਨਾਲ ਖਲਲ ਪੈਂਦਾ। ਦੇਖੋ, ਜ਼ਿਆਦਾ ਜਥੇਬੰਦੀਆਂ ਹੋਣ ਕਰਕੇ ਤੇ ਜ਼ਿਆਦਾ ਜਥੇਬੰਦੀਆਂ ਬਿਨਾਂ ਵੀ ਕੁਝ ਉੱਥੇ ਫੋਰਸਿਸ ਇਹੋ ਜਿਹੀਆਂ ਜਿਹੜੀਆਂ ਅਨਆਰਗੇਨਾਈਜ਼ਡ ਨੇ, ਉਹ ਨੇ। ਤੀਜੀ ਉਹ ਫੋਰਸਿਸ ਨੇ ਜਿਨ੍ਹਾਂ ਨੂੰ ਮੈਂ ਬਲੇਮ ਕਰਦਾ ਕਿ ਉਹ ਇਹ ਨਹੀਂ ਚਾਹੁੰਦਾ, ਜਾਂ ਉਹਨਾਂ ਦਾ ਜਿਹੜਾ ਏਜੰਡਾ 3 ਕਾਨੂੰਨ ਰੱਦ ਕਰਾਉਣਾ ਜਾਂ MSP ਨੂੰ ਲੀਗਲਾਈਜ਼ ਕਰਨਾ ਜਾਂ ਉਹ ਕਰਨਾ, ਉਹਨਾਂ ਤੋਂ ਬਿਨਾਂ ਉਹਨਾਂ ਫੋਰਸਿਸ ਦਾ ਏਜੰਡਾ ਕੋਈ ਹੋ ਰਿਹਾ। ਏਜੰਡਾ ਉਹਨਾਂ ਦਾ ਹੋ ਰਿਹਾ ਅਰਾਜਕਤਾ ਫੈਲਾਉਣੀ, ਮੌਜੂਦਾ ਸਟੇਟ ਦੇ ਖਿਲਾਫ ਹੋ ਸਕਦੇ ਨੇ ਵੀ ਉਹ ਸਟੇਟ ਦੇ ਖਿਲਾਫ ਹੋਣ, ਪਰ ਉਹ ਮਤਲਬ ਉਹਨਾਂ ਦਾ ਕੋਈ ਏਜੰਡਾ ਕਿਸੇ ਦਾ ਕੋਈ ਖਾਲਿਸਤਾਨ ਹੋ ਸਕਦਾ, ਕਿਸੇ ਦਾ ਇਨਕਲਾਬ ਲਿਆਉਣਾ ਹੋ ਸਕਦਾ, ਕਿਸੇ ਦਾ ਕਿਸ ਕਿਸਮ ਦਾ ਹੋ ਸਕਦਾ। ਅਸੀਂ ਉਹਨਾਂ ਤੋਂ ਬਚਾ ਕੇ ਕਿਸ ਢੰਗ ਨਾਲ ਆਪਦਾ ਵੈਲ ਆਰਗੇਨਾਈਜ਼ਡ ਕਰਨੀ ਹੈ। ਕਿਉਂਕਿ ਦੇਖੋ, ਇਹਦੇ 'ਚ ਅਸੀਂ ਮੰਨਣ ਨੂੰ ਤਿਆਰ ਹਾਂ ਕਿ ਜਿੱਥੇ 26 ਜਨਵਰੀ ਦੇ ਵਿੱਚ ਸਰਕਾਰ ਔਰ ਕੁਝ ਐਂਟੀ ਫਾਰਮਰ ਫੋਰਸਿਸ ਨੇ ਮਿਲ ਕੇ 26 ਜਨਵਰੀ ਵਾਲੀ ਸਾਡੀ ਪਰੇਡ ਜਿਹੜੀ ਸੀ ਉਹ 'ਚ ਗੜਬੜੀ ਕੀਤੀ, ਉੱਥੇ ਉਸ ਨੂੰ ਵਧੀਆ ਢੰਗ ਨਾਲ ਚਲਾਉਣ, ਵਧੀਆ ਢੰਗ ਨਾਲ ਮੈਨੇਜ ਕਰਨ ਦੇ ਵਿੱਚ ਸਾਡੀ ਲੀਡਰਸ਼ਿਪ 'ਚ ਵੀ ਕਿਤੇ ਨਾ ਕਿਤੇ ਫੇਲ ਰਹੇ ਹਾਂ ਅਸੀਂ ਕਿਸੇ ਐਸਪੈਕਟ ਤੋਂ। ਅਸੀਂ ਬਾਅਦ ਜਿਹੜਾ ਸੋਚਿਆ, ਅੱਜ ਇਸ ਗੱਲ ਨੂੰ ਓਪਨ ਵੀ ਕਰਦੇ ਹਾਂ, ਪਰ ਜਿਹੜਾ ਸਾਡਾ ਅਗਲਾ ਐਕਸ਼ਨ ਹੋਊਗਾ ਵੈਲ ਪਲੈਨਡ ਹੋਊਗਾ, ਪੂਰੇ ਅਨੁਸ਼ਾਸਨ ਨਾਲ ਹੋਊਗਾ ਔਰ ਪੀਸਫੁਲ ਹੋਊਗਾ ਔਰ ਇਹ ਲੰਮੇ ਸਮੇਂ ਦਾ ਵੀ ਹੋਊਗਾ। ਨਹੀਂ, ਇਹ ਇਸ ਤਰ੍ਹਾਂ ਨਹੀਂ ਹੋ ਸਕਦਾ। ਜਿਵੇਂ ਮੈਂ ਫਿਰ ਆਪਣਾ ਉਹੀ ਸਵਾਲ ਰਿਪੀਟ ਕਰ ਰਿਹਾ ਕਿ 32 ਕਿਸਾਨ ਜਥੇਬੰਦੀਆਂ, ਜੇ ਨਹੀਂ 500 ਤੁਹਾਡੀਆਂ ਉੱਪਰਲੀਆਂ ਜਿਹੜੀਆਂ ਨਹੀਂ ਮੰਨਦੀਆਂ, 32 ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਨੂੰ ਅਗਵਾਈ ਦੇ ਰਹੀਆਂ ਨੇ, ਉਹ 5-5 ਜਥੇ ਬਣਾ ਕੇ ਕੋਈ ਜੇਲ੍ਹ ਭਰੋ ਅੰਦੋਲਨ ਟਾਈਪ ਪਾਰਲੀਮੈਂਟ ਵੱਲ ਰੋਸ ਮਾਰਚ ਆਪਣਾ ਕਰਨ, ਜਾ ਕੇ ਸੰਕੇਤਕ ਕਰਨ, ਤਾਂ ਕਿ ਉਹ ਵੀ ਗੱਲ ਪੂਰੀ ਹੋ ਜਾਏ ਤੁਹਾਡੀ ਕਿ ਅਸੀਂ ਪਾਰਲੀਮੈਂਟ ਵੱਲ ਕੂਚ ਕਰਨਾ। ਇਹ ਜ਼ਰੂਰ ਹੋਊਗਾ। 32 ਕਿਸਾਨ ਜਥੇਬੰਦੀਆਂ ਵਾਲੀ ਜਿਹੜਾ ਮਸਲਾ ਨਾ, 32 ਕਿਸਾਨ ਜਥੇਬੰਦੀਆਂ ਨੂੰ ਅਸੀਂ ਇਕੱਲੀ ਦਾ ਕਾਲ ਦੇਣਾ ਨਹੀਂ ਚਾਹੁੰਦੇ, ਕਿਉਂਕਿ ਅਸਲ 'ਚ ਜਿਹੜੀ ਮੌਜੂਦਾ ਹੁਕੂਮਤ ਹੈ ਹਿੰਦੂਤਵ ਫਾਸਿਸਟ, ਉਹ ਬੜਾ ਢੁਕਦੀ ਆ। ਜਦੋਂ ਪੰਜਾਬ ਦੀ ਗੱਲ ਆ ਜਾਂਦੀ ਆ ਤਾਂ ਸਿੱਖਾਂ ਦੀ ਗੱਲ ਆ ਜਾਂਦੀ ਆ, ਤੇ ਫਿਰ ਖਾਲਿਸਤਾਨ ਵਾਲੀ ਗੱਲ ਆ ਜਾਂਦੀ ਆ। ਉਹਨਾਂ ਨੇ 27-28 ਜਨਵਰੀ ਨੂੰ ਕੋਸ਼ਿਸ਼ ਵੀ ਕੀਤੀ ਵੀ ਸਿੱਖ ਬੈਠੇ ਨੂੰ ਉਠਾਓ। ਇਹ ਤਾਂ ਮਤਲਬ ਧੰਨ ਮਤਲਬ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਯੂਪੀ ਦੇ ਮਤਲਬ ਡਕੈਤ ਉਹਨਾਂ ਦਾ, ਜਾਂ ਹਰਿਆਣੇ 'ਚ ਜਿਹੜੀਆਂ ਔਰਤਾਂ ਦੇ ਬੰਦੇ ਟਰਾਲੀਆਂ ਦੇ ਭਰ ਕੇ ਗਏ 28 ਜਨਵਰੀ ਤੱਕ, ਅਸੀਂ ਉਹਨੂੰ ਮਤਲਬ ਡੈਂਟ ਪਿਆ ਸੀ, ਉਹਨੂੰ ਠੀਕ ਕਰ ਲਿਆ। ਪਰ ਅਸੀਂ 32 ਕਿਸਾਨ ਜਥੇਬੰਦੀਆਂ ਵੱਖਰੀ ਕੋਈ ਕਾਲ ਨਹੀਂ ਦੇਣਾ ਚਾਹੁੰਦੇ, ਤੇ 32 ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੀਆਂ 32 ਕਿਸਾਨ ਜਿਹੜੀ ਸੰਯੁਕਤ ਮੋਰਚੇ ਦੂਜੀਆਂ ਸਟੇਟਾਂ ਦੀਆਂ ਐਕਟਿਵ ਉੱਥੇ ਬੈਠੀਆਂ ਹੋਈਆਂ ਨੇ, ਜਿਸ 'ਚ ਖਾਸ ਉੱਤੇ ਹਰਿਆਣਾ, ਰਾਜਸਥਾਨ ਜਾਂ ਮਤਲਬ ਉੱਤਰ ਪ੍ਰਦੇਸ਼ ਆ ਮੇਨਲੀ। ਬਾਕੀ ਸਟੇਟਾਂ ਸਿੰਬੋਲੀਕਲੀ ਸਕੇਤਕ ਨੇ, ਕੁਛ 100-200 ਬੰਦੇ, ਪਰ ਉਹਨਾਂ ਦੇ ਲਈ ਆਗੂ ਹੈਗੇ ਨੇ। ਉਹਨਾਂ ਸਾਰਿਆਂ ਦੇ ਸੰਬੰਧ ਦੇ ਵਿੱਚ ਕੋਈ ਆਪਸੀ ਕੰਟਰਾਡਿਕਸ਼ਨ ਨਹੀਂ ਹੈਗੀ। ਸਾਡੀ ਕਾਲ ਇੱਕੋ ਹੋਏਗੀ, ਪਾਰਲੀਮੈਂਟਲ ਕੋਚ ਵਾਲੀ ਵੀ ਹੋ ਸਕਦੀ ਹੈ, ਜੇਲ੍ਹ ਭਰਨ ਵਾਲੀ ਵੀ ਹੋ ਸਕਦੀ ਹੈ। ਜੇ ਸਾਨੂੰ ਛੇਤੀ ਗੱਲਬਾਤ ਲਈ ਨਹੀਂ ਬੁਲਾਉਂਦੇ, ਇਹਨਾਂ ਨੂੰ ਅਸੀਂ ਚੈਲੰਜ ਕਰਦੇ ਤੁਹਾਡੇ ਰਾਹੀਂ ਵੀ ਹੁਣ ਤੁਸੀਂ ਦੇਖ ਲਓ, ਤੁਹਾਡੇ ਮੂੰਹ 'ਤੇ ਥੱਪੜ ਵੱਜਾ, ਲੋਕਾਂ ਨੇ ਮਤਲਬ ਇਸ ਗੱਲ ਨੂੰ ਕਿਹਾ ਵੀ ਤੁਸੀਂ ਜੋ ਕਰ ਰਹੇ ਜੇ ਦੇਸ਼ ਦੇ ਵਿੱਚ ਸਹੀ ਨਹੀਂ ਕਰ ਰਹੇ ਹੋ, ਇਹ ਰਿਜ਼ਲਟ ਦੱਸਦੇ ਨੇ। ਅਤੇ ਹੁਣ ਅਸੀਂ ਇਹਨਾਂ ਨੂੰ ਚੈਲੰਜ ਵੀ ਕਰਦੇ ਹਾਂ ਵੀ ਛੇਤੀ ਗੱਲਬਾਤ ਸਾਡੇ ਨਾਲ ਤੋਰਨ, ਉਹ ਸਾਡਾ ਜਿਹੜਾ ਸਾਰਾ ਹੈਗਾ ਮਸਲਾ ਉਹ ਹੱਲ ਕਰਨ। ਸਾਡਾ ਸਿੱਧੀ ਗੱਲ ਹੈ, ਪਹਿਲਾਂ ਜਿਹੜਾ ਇਹਨਾਂ ਨੇ ਜਿੱਥੋਂ ਆਪਾਂ ਗੱਲ ਪਹਿਲਾਂ ਕਰ ਰਹੇ ਸੀ 22 ਜਨਵਰੀ ਨੂੰ ਕਿਹਾ ਸੀ ਅਸੀਂ 1.5 ਸਾਲ ਤੱਕ ਸਸਪੈਂਡ ਕਰਨ ਨੂੰ ਤਿਆਰ ਹਾਂ, ਉਹ ਸਾਨੂੰ ਨਾ ਮਨਜ਼ੂਰ ਆ, ਉਹ ਸਾਨੂੰ ਨਾ ਮਨਜ਼ੂਰ ਆ। ਜੇ ਉਹ ਕਹਿਣ ਹੁਣ ਕਿ 3 ਸਾਲ ਲਈ ਅਸੀਂ ਕਰ ਦਿੰਦੇ ਹਾਂ, ਨਹੀਂ ਇਹ ਗੱਲ ਨਹੀਂ ਕਿ ਅਸੀਂ ਆਪਣੀ ਜਥੇਬੰਦੀ 'ਚ ਮਤਲਬ ਜਥੇਬੰਦੀਆਂ ਦੇ ਵਿੱਚ ਵਿਚਾਰਿਆ, ਜੋ ਕੀਤਾ ਉਹ ਸਾਡਾ ਫਸਟ ਇਹੀ ਆ ਵੀ 3 ਕਾਨੂੰਨ ਪੂਰੇ ਤੌਰ 'ਤੇ ਰੱਦ ਹੋਣ ਔਰ ਉਹਦਾ ਮਤਲਬ ਲੀਗਲ ਵੈਲਿਊ ਮਿਲੇ, ਉਹ ਤੋਂ ਪਿੱਛੇ ਨਹੀਂ ਸੀ। ਸਿਆਸਤ ਤੇ ਫਿਰ ਆਉਣਾ, ਪੱਛਮੀ ਬੰਗਾਲ ਦੇ ਨਤੀਜਿਆਂ ਤੋਂ ਬਾਅਦ ਫਿਰ ਇੱਕ ਆਵਾਜ਼ ਉੱਠਣ ਲੱਗੀ ਹੈ ਕਿਸਾਨ ਲੀਡਰਾਂ ਤੇ ਭਾਵੇਂ ਪ੍ਰੈਸ਼ਰ ਬੜਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ, ਪਰ ਉਹ ਫਿਰ ਲੋਕ ਕਹਿਣ ਲੱਗੇ ਨੇ ਕਿ ਆਪਣੇ ਸੱਭਿਆਚਾਰ ਨੂੰ ਸਮਝ ਕੇ, ਆਪਣੇ ਪੰਜਾਬ ਦੇ ਭਵਿੱਖ ਨੂੰ ਸਮਝ ਕੇ ਥੋੜ੍ਹਾ ਜਿਹਾ ਸਿਆਸੀ ਪਾਰਟੀ ਬਣਾਉਣ ਦੇ ਵੱਲ ਆਓ। ਤੁਸੀਂ ਖੇਤਰੀ ਪਾਰਟੀ ਬਣਾ ਸਕਦੇ ਹੋ। ਤ੍ਰਿਣਮੂਲ ਕਾਂਗਰਸ ਖੇਤਰੀ ਪਾਰਟੀ ਰਹੀ ਤੇ ਉਹਨੇ ਦੇਖੋ ਝੰਡਾ ਕੱਢ ਦਿੱਤਾ। ਕਿਸਾਨ ਚਾਹੁਣ ਤੇ ਕੁਝ ਵੀ, ਹੁਣ ਪੰਜਾਬ ਦੇ ਵਿੱਚ ਜਿਹੋ ਜਿਹੀ ਸਥਿਤੀ ਬਣੀ ਹੋਈ ਹੈ, ਕਿਸਾਨਾਂ ਦਾ ਇੱਕ ਹੈ, ਇਹਦੇ ਨਾਲ ਸਿਆਸੀ ਪਾਰਟੀ ਖੜੀ ਕਰਨ ਦੇ ਨਾਲ ਪੰਜਾਬ ਨੂੰ ਫਾਇਦਾ ਹੋ ਸਕਦਾ। ਕਿਉਂ ਨਹੀਂ ਜਾਂਦੇ ਉਸ ਪਾਸੇ? ਦੇਖੋ, ਪੰਜਾਬ ਦੇ ਵਿੱਚ ਜਿੱਥੋਂ ਤੱਕ ਰੀਜਨਲ ਪਾਰਟੀਆਂ ਦਾ ਇੱਕ ਅਥੋਰੀਟੇਰੀਅਨ ਫਾਸਿਸਟ ਔਰ ਡਿਕਟੇਟਰਸ਼ਿਪ ਵਾਲਾ ਜਿਹੜਾ ਇਹ ਹੁੰਦਾ, ਉਹਦੇ ਵਿੱਚ ਰੀਜਨਲ ਪਾਰਟੀਆਂ ਦਾ ਕਾਫੀ ਵੱਡਾ ਰੋਲ ਆ। ਔਰ ਜਿਹੜੀਆਂ ਮਤਲਬ ਆਪਾਂ ਇਕੱਲੇ ਬੰਗਾਲ ਦੀਆਂ ਚੋਣਾਂ ਦੀ ਗੱਲ ਨਾ ਕਰੀਏ, DMK ਜਾਂ AIDMK ਦਾ ਜਿਹੜਾ ਰੋਲ ਹੈ, DMK ਉੱਥੇ ਜਿੱਤੀ ਆ, ਉਹਦਾ ਵੀ ਇੱਕ ਛੋਟਾ ਪਾਰਟ ਕਾਂਗਰਸ ਨੂੰ ਬਣਨਾ ਪਿਆ, ਅਤੇ ਉਹ ਤਮਿਲਨਾਡੂ ਜਿਵੇਂ ਸਰਕਾਰ ਬਣੀ ਆ
ਤਾਂ ਕੇਰਲਾ ਦੇ ਵਿੱਚ ਵੀ ਜਿਹੜੀ ਲੈਫਟ ਦੇ ਨਾਲ ਜਿਹੜੀਆਂ ਦੂਜੀਆਂ ਪਾਰਟੀਆਂ ਕੁਝ ਰੀਜਨਲ ਪਾਰਟੀਆਂ ਸਨ, ਜਾਂ ਉਹ CPM ਵੀ ਉੱਥੋਂ ਦੀ ਇੱਕ ਰੀਜਨਲ ਪਾਰਟੀ ਬਣ ਕੇ ਰਹਿ ਗਈ। ਇਹ ਪੱਕੀ ਗੱਲ ਹੈ ਵੀ ਜਿਹੜਾ ਭਾਰਤ ਦੇਸ਼ ਆ ਉਹ ਇੱਕ ਮਹਾਂਦੇਸ਼ ਆ। ਇਹਦੇ 'ਚ ਅਲੱਗ-ਅਲੱਗ ਰੀਜਨ ਨੇ, ਉਹਨਾਂ ਦੇ ਅਲੱਗ-ਅਲੱਗ ਕਲਚਰ ਨੇ, ਅਲੱਗ-ਅਲੱਗ ਸੱਭਿਆਚਾਰ ਨੇ, ਅਲੱਗ-ਅਲੱਗ ਮੰਗਾਂ ਨੇ, ਅਲੱਗ-ਅਲੱਗ ਉਹਨਾਂ ਦੀ ਸੋਸ਼ੋ ਇਕਨੋਮਿਕ ਡਿਵੈਲਪਮੈਂਟ ਆ। ਇਸ ਲਈ ਇੱਥੇ ਇੱਕ ਆਲਰੇਡੀ ਰੀਜਨਲ ਪਾਰਟੀ ਜਿਹੜੀ ਅਕਾਲੀ ਪਾਰਟੀ ਹੈ, ਜਿਹੜਾ ਰੀਜਨਲ ਪਾਰਟੀਆਂ 'ਚ ਇੰਪੋਰਟੈਂਟ ਰੋਲ ਵੀ ਰਿਹਾ। ਉਹ ਪਹਿਲਾਂ ਹੀ ਰਿਪਰੈਜ਼ੈਂਟ ਕਰਦੀ ਆ ਮਤਲਬ ਇੱਥੋਂ ਦੀ ਅਕਾਲੀ ਪਾਰਟੀ। ਉਹ ਕੋਈ ਨੈਸ਼ਨਲ ਲੈਵਲ ਦੀ ਕਦੀ ਬਣੀ ਨਹੀਂ, ਨਾ ਹੀ ਬਣ ਸਕਦੀ ਹੈ ਨੈਸ਼ਨਲ ਲੈਵਲ ਦੀ ਪਾਰਟੀ। ਤਾਂ ਇਸ ਕਰਕੇ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹਨਾਂ ਦੀ ਰਿਪਰੈਜ਼ੈਂਟ ਕਿਸਾਨ ਜਥੇਬੰਦੀਆਂ ਕਰਨ। ਸਾਡੀ ਜਥੇਬੰਦੀ BKU ਡਕੌਂਦਾ ਦੀ ਸਮਝਦਾਰੀ ਆ ਵੀ ਜੇ ਮਤਲਬ ਅਸੀਂ ਜਿਹੜਾ ਕਿਸਾਨ ਹੁੰਦਾ ਇੱਕ ਪਿੰਡ ਦੇ ਵਿੱਚ, ਜਦੋਂ ਅਸੀਂ ਮੈਂਬਰਸ਼ਿਪ ਕਰਦੇ ਹਾਂ, ਉਹਦੀ ਅਸੀਂ ਆਮ ਆਦਮੀ ਪਾਰਟੀ ਨਾਲ ਕੋਈ ਰਿਲੇਟਡ ਆ, ਕੋਈ CPI ਨਾਲ ਰਿਲੇਟਡ ਆ, ਕੋਈ CPM ਨਾਲ ਰਿਲੇਟਡ ਆ, ਕੋਈ ਕਾਂਗਰਸ ਨਾਲ ਰਿਲੇਟਡ ਆ, ਹਰੇਕ ਨੂੰ ਕਹਿੰਦੇ ਤੂੰ ਸਾਡੀ ਪਰਚੀ ਕਰਾ, ਸਾਡਾ ਮੈਂਬਰ ਬਣ। ਜੇ ਤੂੰ ਉੱਧਰ ਲੀਡਰ ਰਹਿਣਾ ਹੈ, ਅਹੁਦੇਦਾਰ ਰਹਿਣਾ, ਤਾਂ ਸਾਡਾ ਅਹੁਦੇਦਾਰ ਨਹੀਂ ਰਹੇਗਾ। ਤਾਂ ਇਹ ਜਿਹੜਾ ਸਾਡਾ ਮਤਲਬ ਇੱਕ ਤਜਰਬਾ ਲੰਮੇ ਸਮੇਂ ਤੋਂ, ਉਹ ਲੱਖੋਵਾਲ ਸਾਹਿਬ ਜਦੋਂ ਮਤਲਬ ਇਲੈਕਸ਼ਨਾਂ 'ਚ ਗਏ, ਉਹਨਾਂ ਨੇ ਅਕਾਲੀਆਂ ਦੀ ਸਪੋਰਟ ਕੀਤੀ। ਉਹਦੇ ਨਾਲ ਉਹ 10 ਸਾਲ ਕੈਬਨਿਟ ਮੰਤਰੀ ਦਾ ਅਹੁਦੇ ਦਾ ਚੇਅਰਮੈਨ ਨਹੀਂ ਤਾਂ ਉਹਨਾਂ ਨੇ ਮੰਨ ਲਈ, ਪਰ ਉਹਨੇ ਥੱਲੇ ਜਥੇਬੰਦੀ ਦਾ ਢਾਂਚਾ ਸਾਰਾ ਖਰਾਬ ਹੋ ਗਿਆ। ਅਸੀਂ ਵੀ ਉਹਨਾਂ ਤੋਂ ਸਪਲਿਟ ਕਰਕੇ ਅੱਡ ਹੋਇਆ, ਤੇ 3-4 ਜਥੇਬੰਦੀਆਂ ਹੋਰ ਵੀ ਬਣੀਆਂ ਨੇ ਜਿਹੜੀਆਂ ਉਹਨਾਂ ਤੋਂ ਅੱਡ ਨਿਕਲ ਕੇ। ਇਹ ਸਾਡਾ ਮਤਲਬ ਚੋਣਾਂ ਦੇ ਵਿੱਚ ਇੱਕ ਰੀਜਨਲ ਪਾਰਟੀ ਪੰਜਾਬ 'ਚ ਬਣਾਉਣ ਦਾ ਤਜਰਬਾ ਜਿਹੜਾ ਹੈ, ਉਹ ਹੈ ਵੀ ਕਿਸਾਨੀ ਦੀਆਂ ਜਿਹੜੀਆਂ ਉਸ ਤਬਕੇ ਦੀਆਂ ਡਿਮਾਂਡਸ ਨੇ, ਉਹਨਾਂ ਨੂੰ ਟੁੱਟਣ ਵਾਲੀ ਗੱਲ ਹੈ। ਅਸੀਂ ਇਹਨੂੰ ਰੱਦ ਕਰਦੇ ਹਾਂ। ਕੀ ਕਿਸਾਨ ਜਥੇਬੰਦੀਆਂ ਕਿਸੇ ਸਿਆਸੀ ਪਾਰਟੀ ਨੂੰ ਪੰਜਾਬ ਦੇ ਵਿੱਚ 2022 ਦੇ ਲਈ ਕਿਸੇ ਨੂੰ ਸਪੋਰਟ ਕਰਨਗੀਆਂ, ਕਿ ਬਸ ਇੱਦਾਂ ਹੀ ਮਤਲਬ ਕਿ ਤੁਸੀਂ ਆਪਣੇ ਤੌਰ ਤੇ ਚੱਲੀ ਜਾਓ ਤੇ ਸਿਆਸੀ ਪਾਰਟੀਆਂ ਆਪਣੇ ਤੌਰ ਤੇ? ਦੇਖੋ ਜੀ, ਇਹ ਅਸਲ 'ਚ ਹਾਲਤਾਂ 'ਤੇ ਨਿਰਭਰ ਕਰਦਾ ਹੈ, ਸਪੋਰਟ ਕਰਨਾ ਨਾ ਸਪੋਰਟ ਕਰਨਾ। ਪਹਿਲੇ ਗੱਲ ਹਰ ਜਿਹੜੀ ਮਤਲਬ ਹੈਗੀ ਆ ਸਾਡੀ ਜਨਤਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ 32 ਨੇ। 32 ਦੇ ਵਿੱਚ ਬਹੁਤ ਸਾਰੀਆਂ ਇਹ ਨੇ ਜਿਹੜੀਆਂ ਪਿਛਲੇ ਸਮੇਂ 'ਚ ਵੀ ਸਪੋਰਟ ਕਰਦੀਆਂ ਰਹੀਆਂ ਨੇ। ਬਹੁਤ ਸਾਰੀਆਂ ਇਹ ਨੇ ਜਿਹੜੇ ਨੋਨ ਪਾਰਟੀਸਪੇਸ਼ਨ, ਜਿਹਨੂੰ ਮਰਜ਼ੀ ਵੋਟ ਪਾਓ ਚਾਹੇ ਨਾ ਪਾਓ। ਜਿਹੜੀਆਂ ਕਈ ਆ ਬਾਈਕਾਟ ਕਰੋ ਯਾਰ, ਕਿਸੇ ਨੂੰ ਨਾ ਪਾਓ। ਇਸ ਲਈ ਹਰ ਕਿਸਾਨ ਜਥੇਬੰਦੀ ਦੀ ਆਪਣੀ ਸਮਝਦਾਰੀ ਹੈ। ਜਿੱਥੇ ਤੱਕ ਸਾਂਝੀ ਸਮਝ ਬਣਾਉਣ ਵਾਲਾ ਸਵਾਲ ਹੈ ਤੁਹਾਡਾ, ਸਾਂਝੀ ਸਮਝ ਵਾਲਾ ਮੌਕੇ ਦੀ ਹਾਲਤਾਂ ਮੁਤਾਬਕ ਕੋਈ ਬਣ ਸਕਦਾ, ਕਿਉਂਕਿ ਜੇ ਬੰਗਾਲ ਨਹੀਂ ਬਣ ਸਕਦਾ, BJP ਨੂੰ ਹਰਾਓ। ਕੋਈ ਇੱਥੇ ਵੀ ਆ ਸਕਦਾ ਇਸ ਕਿਸਮ ਦਾ ਵੀ ਪੰਜਾਬ 'ਚ ਫਲਾਣੇ ਨੂੰ ਹਰਾਓ। ਜੇ ਘੱਟੋ ਘੱਟ ਕਿਸੇ ਨੂੰ ਜਿਤਾਓ ਨਹੀਂ ਹੁੰਦਾ, ਤਾਂ ਜਦੋਂ ਕਿਸੇ ਨੂੰ ਹਰਾਓ ਕਹਿੰਦੇ ਹੁੰਦੇ ਤਾਂ ਉਹ ਕਿਸੇ ਹੋਰ ਨੂੰ ਜਿਤਾਓ ਹੁੰਦਾ ਹੀ ਆ। ਕੀ ਮੰਨਦੇ ਹੋ ਕਿ 2022 ਦੇ ਵਿੱਚ ਕੋਈ ਮਤਲਬ ਕਿ ਇਹੋ ਜਿਹਾ ਧੜਾ ਪੰਜਾਬ ਦੇ ਵਿੱਚ ਖੜਾ ਹੋ ਸਕਦਾ ਜਿਹਦੇ ਨਾਲ ਪੰਜਾਬ ਦੇ ਕਿਸਾਨੀ ਦਾ ਵੀ ਭਲਾ ਹੋਵੇ? ਜਿਵੇਂ ਹੁਣ ਕੈਪਟਨ ਸਾਹਿਬ ਨੇ ਕਿਹਾ ਕਿ ਕਿਸਾਨ ਖੁਸ਼ਹਾਲ ਤਾਂ ਪੰਜਾਬ ਖੁਸ਼ਹਾਲ, ਪਰ ਇਹੋ ਜਿਹਾ ਕੁਝ ਨਜ਼ਰ ਨਹੀਂ ਆ ਰਿਹਾ। ਦੇਖੋ ਜੀ, ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਥੜਾ ਘੱਟੋ ਘੱਟ ਜਿਹੜਾ ਮਤਲਬ ਇਹ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ, ਇਹ ਜਿਹੜੀਆਂ ਨੇ ਇਹ ਮੁੱਖ ਏਜੰਡਾ ਰਹਿਣੀਆਂ ਨੇ, ਇਹ ਮੁੱਖ ਮੈਨੀਫੈਸਟੋ ਦਾ ਪਾਰਟ ਰਹਿਣੀਆਂ ਨੇ, ਜਿਹੜੀਆਂ ਹੀ ਲੋਕ ਚੋਣਾਂ 'ਚ ਜਾਣਗੇ। ਗਾਂ ਫਿਰ ਜਿੱਤਣ ਤੋਂ ਬਾਅਦ ਉਹ ਕਿੰਨਾ ਕਿਤੇ ਖੜਦੇ ਨੇ, ਉਹ ਆਪਾਂ ਨੂੰ ਪੁਰਾਣਾ ਵੀ ਪਤਾ ਆਉਣ ਵਾਲੇ ਸਮੇਂ 'ਚ। ਪਰ ਇਹ ਵੀ ਜਿੱਡਾ ਪ੍ਰੈਸ਼ਰ ਹੋਣਾ, ਇਸ ਪ੍ਰੈਸ਼ਰ ਨਾਲ ਇਹਨਾਂ ਨੂੰ ਵੱਧ ਖੜਨਾ ਪਊਗਾ ਜਦੋਂ ਤੱਕ ਕੁਝ ਮਸਲੇ ਦੇ ਹੱਲ ਨਹੀਂ ਹੁੰਦੇ। ਤਾਂ ਮੇਰਾ ਆਖਰੀ ਸਵਾਲ ਹੈ ਕਿ ਤੁਸੀਂ ਕਹਿੰਦੇ ਸੀ ਕਿ ਕਿਸਾਨ ਹੁਣ ਹੋਰ ਵੀ ਵੱਡਾ ਪਲਾਨ ਐਕਸ਼ਨ ਦੇਣਗੇ, ਇਹ ਕਦੋਂ ਕੁ ਤੱਕ ਦੇਣਗੇ, ਕਿੰਨੇ ਕੁ ਦਿਨਾਂ ਤੱਕ? ਕਿਉਂਕਿ ਹੁਣ ਜੋ ਨਤੀਜੇ ਆਉਣੇ ਸੀ ਉਹ ਤਾਂ ਕਲੀਅਰ ਹੋ ਗਿਆ। ਪਹਿਲਾਂ ਸੀ ਕਿ ਆਪਰੇਸ਼ਨ ਕਲੀਨ ਨਾ ਹੋ ਜੇ, ਪਰ ਫਿਰ ਵੀ ਕਿਤੇ ਨਾ ਕਿਤੇ ਕਿਸਾਨਾਂ ਨੇ ਇਹੋ ਜਿਹਾ ਆਪਣਾ ਜ਼ੋਰ ਮਾਰਿਆ ਤੇ ਉਹ ਪਿੱਛੇ ਹਟੇ, ਜਾਂ ਜੋ ਨਹੀਂ ਸੀ ਉਹ ਕਹਿੰਦੇ ਕਿ ਨਹੀਂ ਅਸੀਂ ਇਹੋ ਜਿਹਾ ਕੁਝ ਨਹੀਂ ਕਰਨਾ। ਹੁਣ ਆਪਰੇਸ਼ਨ ਕਲੀਨ ਵੀ ਦੂਰ ਹੋ ਗਿਆ, ਸਾਰਾ ਕੁਝ ਕਲੀਅਰ ਹੋ ਗਿਆ, ਇਲੈਕਸ਼ਨ ਨਤੀਜੇ ਵੀ ਸਾਹਮਣੇ ਆ ਗਏ ਕਿ BJP ਦੀ ਹਾਰ ਹੋ ਗਈ। ਹੁਣ ਕੀ ਲੱਗਦਾ ਕਿ ਕਿੰਨੇ ਕੁ ਚਿਰ ਨੂੰ ਤੁਸੀਂ, ਕੋਈ ਮਹੀਨਾ 2 ਮਹੀਨੇ ਜਾਂ ਹਫ਼ਤਾ 2 ਹਫ਼ਤਿਆਂ ਤੱਕ, ਕਦੋਂ ਤੱਕ ਦਿਓਗੇ? ਨਹੀਂ ਦੇਖੋ ਜੀ, ਮੇਰਾ ਮੋਟੇ ਜਿਹੇ ਰੂਪ 'ਚ ਜਿਹੜਾ 4-5 ਲੀਡਰਾਂ ਨਾਲ ਟੈਲੀਫੋਨਾਂ 'ਤੇ ਪਿਛਲੇ 2 ਘੰਟਿਆਂ 'ਚ ਗੱਲ ਹੋਈ, ਤਾਂ ਉਹਦੇ 'ਚੋਂ ਮਤਲਬ ਇਹੀ ਨਿਕਲਿਆ ਵੀ ਅਸੀਂ 10 ਤਰੀਕ ਦੀ ਵੈਲ ਪਲੈਨਡ ਨੈਸ਼ਨਲ ਲੈਵਲ ਦੀ ਕਿਸਾਨ ਕਨਵੈਨਸ਼ਨ ਸਿੱਗੂ ਬਾਰਡਰ 'ਤੇ ਰੱਖੀ ਹੋਈ ਆ, ਜਿਹਦੇ 'ਚ ਹੋਰ ਬਹੁਤ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਪਾਰਟੀਸਪੇਟ ਕਰ ਸਕੀਆਂ। ਕਿਸਾਨ ਜਥੇਬੰਦੀਆਂ ਹਥੈਸ਼ੀ, ਚਾਹੇ ਮੀਡੀਆ ਦੇ ਲੋਕ ਨੇ, ਚਾਹੇ ਐਗਰੀਕਲਚਰ ਇਕਨੋਮਿਸਟ ਨੇ, ਉਹਨਾਂ ਨੂੰ ਸੱਦਿਆ ਹੋਇਆ। ਸਾਡੀ 10 ਤਰੀਕ ਦੀ ਜਿਹੜੀ ਕਨਵੈਨਸ਼ਨ ਹੈ, ਉਹਦੇ ਤੋਂ ਬਾਅਦ ਡੇ ਔਰ ਕਪਲ ਡੇ 2 ਜਾਂ 4 ਦਿਨ ਦੇ ਅੰਦਰ ਮੀਟਿੰਗ ਕਰਕੇ ਸਾਨੂੰ ਅਗਲਾ ਐਕਸ਼ਨ ਪ੍ਰੋਗਰਾਮ ਜ਼ਰੂਰ ਤੈਅ ਕਰਕੇ ਦੇਵਾਂਗੇ। ਸਰਕਾਰ ਅੰਦਰ ਖਾਤੇ ਗੱਲ ਕਰ ਰਹੀ ਹੈ? ਕੋਈ ਇੰਟੈਲੀਜੈਂਸ, ਕੋਈ ਏਜੰਸੀਆਂ ਆ ਕੇ, ਕੋਈ ਵੱਡਾ ਨੁਮਾਇੰਦਾ ਆ ਕੇ ਕਿ ਆਓ ਤੁਹਾਡੀ ਗੱਲ ਕਰਾ ਦਿੰਦੇ ਵਿੱਚ ਪੈ ਕੇ? ਦੇਖੋ, ਇਹੋ ਜਿਹੇ ਜਿਹੜੇ ਵਿਚੋਲੇ ਹੁੰਦੇ ਨੇ, ਜਦੋਂ ਇਹੋ ਜਿਹੇ ਸੰਘਰਸ਼ ਚੱਲਦੇ ਹੁੰਦੇ ਨੇ, ਉਹਨਾਂ ਦੀ ਗੱਲਬਾਤ ਚੱਲਦੀ ਰਹਿੰਦੀ ਹੈ। ਉਹਨਾਂ ਦੀ ਕੋਈ ਮਹੱਤਤਾ ਨਹੀਂ ਹੁੰਦੀ। ਮਹੱਤਤਾ ਤਾਂ ਹੁੰਦੀ ਹੈ ਵੀ ਜੇ ਉਹ ਮਤਲਬ ਲੈ ਕੇ ਆਉਣ ਤੇ ਮੁੜ ਕੇ ਉਹਨੂੰ ਓਫੀਸ਼ੀਅਲੀ ਸੱਦਾ ਦੇ ਦੇਣ। ਇਹ ਜਿਹਨੂੰ ਚੱਲਦੀ ਰਹਿੰਦੀ ਕੋਈ ਐਸੀ ਕਦੇ। ਸ਼ੁਕਰੀਆ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਸਰਦਾਰ ਜਗਮੋਹਨ ਸਿੰਘ। ਗੱਲਬਾਤ ਕੀਤੀ ਹੈ ਕਿ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦਾ ਕਿਸਾਨੀ ਅੰਦੋਲਨ ਦਾ ਕੀ ਅਸਰ ਪੈਣਾ, ਅਗਲੇ ਸਮੇਂ ਦੇ ਵਿੱਚ ਕੀ ਕੁਝ ਨਿਕਲਦਾ, ਇਹਦੇ ਉੱਤੇ ਧਿਆਨ ਰਹੇਗਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।